ਨਰਮਾ ਚੁੱਗਣ ਜਾਣਾ ਆਪਦੀ ਮਾਤਾ ਦੇ ਨਾਲ, ਆਪਦੀ ਭੈਣਾਂ ਦੇ ਨਾਲ 98 ਰੁਪਏ ਕਿਲੋ ਨਰਮਾ ਚੁੱਗਣ ਜਾਂਦੇ ਸੀ। ਮੈਨੂੰ ਉਹਨਾਂ ਦਿਨਾਂ ਦੇ ਵਿੱਚ 3000 ਰੁਪਈਆ ਲਗਭਗ ਮਹੀਨੇ ਦਾ ਬਣਨ ਲੱਗ ਗਿਆ। ਤੁਸੀਂ ਸੋਚੋ ਇੱਕ 9ਵੀਂ ਦਾ ਜਵਾਕ ਜਦੋਂ 3000 ਕਮਾਉਣ ਲੱਗ ਗਿਆ। ਮੈਨੂੰ ਇੱਕ ਦਿਨ ਯਾਦ ਹੈ ਜਿਸ ਦਿਨ ਮੇਰੀ ਘਰਵਾਲੀ ਮੈਨੂੰ ਕਹਿ ਰਹੀ ਸੀ ਚਲੀਏ ਕੁਝ ਖਾ ਲੈਂਦੇ ਹਾਂ, ਪਰ ਮੇਰੀ ਜੇਬ ਦੇ ਵਿੱਚ ਮੇਰੇ ਪਿੰਡ ਦੇ ਆ ਕੇ ਮੈਨੂੰ ਟੀਚਰਾਂ ਕਰਦੇ ਹੁੰਦੇ ਸੀ, ਕੀ ਗੱਲ ਹੋ ਗਈ ਮਾਸਟਰਾ, ਝੂਠੇ ਭਾਂਡੇ ਚੱਕਦਾ, ਕੀ ਗੱਲ ਹੋ ਗਈ, ਤੂੰ ਤਾਂ ਕਰੋੜਪਤੀ ਸੀਗਾ। ਪਹਿਲੇ ਮਹੀਨੇ ਜਦੋਂ ਹਿਸਾਬ ਕੀਤਾ ਮੇਰੇ 35000 ਰੁਪਏ ਕੱਟਣ ਤੋਂ ਬਾਅਦ ਵੀ ਮੇਰੀ ਜੇਬ ਦੇ ਵਿੱਚ ਵਿਆਹ ਕਰਾਉਣਾ, ਲਵ ਮੈਰਿਜ ਹੋਈ, ਕੁਝ ਝਮੇਲੇ ਹੋਏ ਜ਼ਿੰਦਗੀ ਦੇ ਵਿੱਚ, ਜਿਹਦੇ ਕਰਕੇ। ਸਤਿ ਸ਼੍ਰੀ ਅਕਾਲ ਜੀ, ਮੈਂ ਸਤੀਸ਼ ਸਚਦੇਵਾ। ਬਹੁਤ ਜ਼ਰੂਰੀ ਜਿਹੜੀ ਚੀਜ਼ ਹੈ ਉਹ ਆਹ ਹੈ, ਇਫ ਆਈ ਕੈਨ ਐਨੀਵਨ ਕੈਨ। ਮਤਲਬ ਜੇ ਮੈਂ ਕਰ ਸਕਦਾ ਹਾਂ ਇਹਦਾ ਮਤਲਬ ਹੈ ਕੋਈ ਵੀ ਕਰ ਸਕਦਾ ਹੈ। ਸਭ ਤੋਂ ਜ਼ਰੂਰੀ ਗੱਲ ਜਿੱਥੋਂ ਮੇਰੀ ਜ਼ਿੰਦਗੀ ਸ਼ੁਰੂ ਹੁੰਦੀ ਹੈ, ਮੈਂ ਅੱਜ ਹੀ ਇੱਕ ਬਹੁਤ ਵਧੀਆ ਲੈਸਨ ਸਿੱਖਿਆ ਕਿ ਗਰੀਬ ਸ਼ਬਦ ਇਸਤੇਮਾਲ ਨਹੀਂ ਕਰਨਾ। ਮੈਂ ਇੱਕ ਜ਼ਰੂਰਤਮੰਦ ਫੈਮਿਲੀ ਦੇ ਵਿੱਚ ਪੈਦਾ ਹੋਇਆ। ਜ਼ਰੂਰਤਮੰਦ ਫੈਮਿਲੀ ਦਾ ਮਤਲਬ ਇਹ ਵੀ ਗੋਲ ਗੱਪੇ ਖਾਣੇ ਜਿਹੜੇ 1 ਰੁਪਏ ਦੇ 4 ਆਉਂਦੇ ਹੁੰਦੇ ਸੀਗੇ, ਬਹੁਤ ਵੱਡੀ ਗੱਲ ਸੀ ਮੇਰੀ ਫੈਮਿਲੀ ਲਈ, ਯਾਨੀ ਕਿ ਮੇਰੇ ਲਈ, ਜਿਹੜੇ ਕਿ ਸ਼ਾਇਦ ਹਫਤੇ 2 ਹਫਤੇ 3 ਹਫਤੇ 'ਚ ਇੱਕ ਵਾਰੀ ਮਿਲਦੇ ਸੀਗੇ। ਨਰਮਾ ਚੁੱਗਣ ਜਾਣਾ ਆਪਦੀ ਮਾਤਾ ਦੇ ਨਾਲ, ਆਪਦੀ ਭੈਣਾਂ ਦੇ ਨਾਲ 98 ਰੁਪਏ ਕਿਲੋ ਨਰਮਾ ਚੁੱਗਣ ਜਾਂਦੇ ਸੀ। ਪਰ ਇਹਦਾ ਮਤਲਬ ਇਹ ਨਹੀਂ ਸੀ ਵੀ ਉਹ ਜ਼ਿੰਦਗੀ ਦੇ ਦਿਨ ਹਸੀਨ ਨਹੀਂ ਸੀ, ਉਹ ਜ਼ਿੰਦਗੀ ਵੀ ਬਹੁਤ ਵਧੀਆ ਜ਼ਿੰਦਗੀ ਸੀ। ਸ਼ੁਰੂ ਕਰਦਾ ਹਾਂ ਮੈਂ ਜਦੋਂ 8ਵੀਂ ਪਾਸ ਕਰਦਾ ਹਾਂ, ਯਾਨੀ ਕਿ ਜਦੋਂ ਮੈਂ 9ਵੀਂ ਕਲਾਸ ਦੇ ਵਿੱਚ ਪਹੁੰਚਦਾ ਹਾਂ, ਉਦੋਂ ਮੇਰੀ ਜ਼ਿੰਦਗੀ ਦੀ ਪਹਿਲੀ ਪਾਰੀ ਸ਼ੁਰੂ ਹੁੰਦੀ ਹੈ, ਫਸਟ ਇਨਿੰਗਸ, ਜਦੋਂ ਮੈਂ ਕਮਾਉਣ ਲੱਗਦਾ ਹਾਂ। ਮੈਂ 8ਵੀਂ ਵਾਲੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਸੀ। ਆਪ 9ਵੀਂ ਸੀ, 8ਵੀਂ ਵਾਲੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਸੀਗਾ। 7ਵੀਂ ਵਾਲੇ 6ਵੀਂ ਵਾਲੇ ਵੀ ਸੀਗੇ, ਜਿਨ੍ਹਾਂ ਤੋਂ ਮੈਂ 100 ਰੁਪਏ ਪਰ ਸਟੂਡੈਂਟ ਫੀਸ ਲੈਂਦਾ ਹੁੰਦਾ ਸੀ। ਮੈਨੂੰ ਉਹਨਾਂ ਦਿਨਾਂ ਦੇ ਵਿੱਚ 3000 ਰੁਪਈਆ ਲਗਭਗ ਮਹੀਨੇ ਦਾ ਬਣਨ ਲੱਗ ਗਿਆ। ਤੁਸੀਂ ਸੋਚੋ ਇੱਕ 9ਵੀਂ ਦਾ ਜਵਾਕ ਜਦੋਂ 3000 ਕਮਾਉਣ ਲੱਗ ਗਿਆ, ਉਹ ਜਿਹੜਾ ਜ਼ਰੂਰਤਮੰਦ ਪਰਿਵਾਰ ਸੀ ਇੱਕ ਬਹੁਤ ਵਧੀਆ ਤਰੀਕੇ ਨਾਲ ਚੱਲਣ ਲੱਗ ਗਿਆ। ਮੈਂ 9ਵੀਂ ਤੋਂ ਬਾਅਦ ਕਦੇ ਘਰੋਂ ਕੋਈ ਪੈਸਾ ਨਹੀਂ ਮੰਗਿਆ। ਇਹ ਇਨਿੰਗ ਚੱਲਦੀ ਰਹੀ। 9ਵੀਂ ਤੋਂ ਬਾਅਦ ਟਿਊਸ਼ਨਾਂ ਤੋਂ ਬਾਅਦ 10ਵੀਂ 'ਚ ਵੀ ਟਿਊਸ਼ਨਸ ਚੱਲਦੀਆਂ ਰਹੀਆਂ। 11ਵੀਂ 12ਵੀਂ ਤੋਂ ਬਾਅਦ ਜਦੋਂ ਮੈਂ ਫਸਟ ਈਅਰ 'ਚ ਪਹੁੰਚਿਆ ਕਾਲਜ ਦੇ ਵਿੱਚ, ਉਦੋਂ ਮੈਂ ਇੱਕ ਗਰੁੱਪ ਲਈ ਮਾਰਕੀਟਿੰਗ ਕਰਨ ਲੱਗ ਗਿਆ। ਉਦੋਂ ਇੱਕ ਬੇਸਿਕ ਸੈਲਰੀ ਮਿਲਣ ਲੱਗ ਗਈ, ਨਾਲ ਮੇਰੀ ਟਿਊਸ਼ਨਸ ਚੱਲ ਰਹੀਆਂ ਸੀ, ਨਾਲ ਮੈਂ ਮਾਰਕੀਟਿੰਗ ਕਰ ਰਿਹਾ ਸੀਗਾ। ਇੱਕ ਵਕਤ ਆ ਗਿਆ ਜਦੋਂ ਮੈਂ ਆਪਦੇ ਖਾਤੇ ਦੇ ਵਿੱਚ ਬਹੁਤ ਵਧੀਆ ਵਾਲੀ ਅਮਾਊਂਟ ਦੇਖ ਰਿਹਾ ਹਾਂ। ਇੱਕ ਜਿਹੜੀ ਹੋਰ ਚੀਜ਼ ਮੇਰੀ ਜ਼ਿੰਦਗੀ ਦੇ ਵਿੱਚ ਸੀਗੀ, ਉਹ ਸੀਗੀ ਮੈਂ ਆਇਲਸ ਦੀ ਕੋਚਿੰਗ ਦਿੰਦਾ ਸੀਗਾ। ਮੈਂ ਸਿਰਫ 18-19 ਸਾਲ ਦਾ ਸੀਗਾ ਜਦੋਂ ਮੈਨੂੰ 15000 ਰੁਪਏ ਸੈਲਰੀ ਇੱਕ ਆਇਲਸ ਦਾ ਇੰਸਟੀਟਿਊਟ ਦਿੰਦਾ ਹੁੰਦਾ ਸੀਗਾ। 7 ਵਜੇ ਤੋਂ ਲੈ ਕੇ ਸਵੇਰੇ ਸ਼ਾਮ ਦੇ 7 ਵਜੇ ਤੱਕ ਮੈਂ ਜੋਬ ਕਰਦਾ ਹੁੰਦਾ ਸੀਗਾ। ਬਹੁਤ ਵਧੀਆ ਪੈਸੇ ਕਮਾ ਰਿਹਾ ਸੀ। ਮੈਨੂੰ ਪਾਰਟਨਰਸ਼ਿਪ ਦੀ ਆਫਰ ਹੋਈ, ਪਰ ਮੈਂ ਨਹੀਂ ਲਈ। ਮੈਂ ਕਿਹਾ ਬਾਹਰ ਜਾਣਾ, ਉਹ ਬਾਹਰ ਜਾਣ ਵਾਲਾ ਜਿਹੜਾ ਕੀੜਾ ਹੁੰਦਾ ਉਹ ਬਾਹਰ ਲੈ ਗਿਆ। ਜਦੋਂ ਮੈਂ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਹੈ ਤੇ ਮੈਂ ਆਸਟ੍ਰੇਲੀਆ ਚਲਾ ਜਾਂਦਾ ਹਾਂ। ਆਸਟ੍ਰੇਲੀਆ ਦੇ ਵਿੱਚ ਜਾ ਕੇ ਖੂਬ ਪੈਸੇ ਕਮਾਏ। ਇੱਕ ਟਾਈਮ ਆ ਰਿਹਾ ਹੈ ਜਦੋਂ ਮੈਂ ਆਪਦੇ ਖਾਤੇ ਦੇ ਵਿੱਚ $3 ਲੱਖ ਦੇਖ ਰਿਹਾ ਹਾਂ। ਉਹ ਟਾਈਮ ਤੋਂ ਬਾਅਦ ਮੈਂ 24 ਸਾਲ ਦਾ ਇੰਡੀਆ ਵਾਪਸ ਆਉਣਾ, ਵਿਆਹ ਕਰਾਉਣਾ, ਲਵ ਮੈਰਿਜ ਹੋਈ, ਕੁਝ ਝਮੇਲੇ ਹੋਏ ਜ਼ਿੰਦਗੀ ਦੇ ਵਿੱਚ, ਜਿਹਦੇ ਕਰਕੇ ਜੋ ਪੈਸਾ ਕਮਾਇਆ ਸੀ ਉਹ ਬਹੁਤ ਹੱਦ ਤੱਕ ਖਰਾਬ ਹੋ ਗਿਆ। ਖਤਰਨਾਕ ਤਰੀਕੇ ਦੇ ਕੁਝ ਕਦਮ ਸੀਗੇ ਜਿਨ੍ਹਾਂ ਕਰਕੇ ਪੈਸੇ ਖਰਾਬ ਹੋ ਗਏ। ਕੁਝ ਆਪਦੇ ਖਾ ਗਏ, ਕੁਝ ਪੁਲਿਸ ਵਾਲਿਆਂ ਨੂੰ ਦੇਣੇ ਪੈ ਗਏ, ਕੁਝ ਬਹੁਤ ਤਰੀਕੇ ਦੀਆਂ ਸੈਟਿੰਗਾਂ ਕਰਨੀਆਂ ਪਈਆਂ, ਉੱਥੇ ਖਰਾਬ ਹੋਇਆ। ਫਿਰ ਜ਼ਿੰਦਗੀ ਦੀ ਦੂਜੀ ਪਾਰੀ ਸ਼ੁਰੂ ਹੁੰਦੀ ਹੈ। ਦੂਜੀ ਪਾਰੀ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਇੱਕ ਰੈਡੀਮੇਡ ਦਾ ਕੰਮ ਕਰਦਾ, ਪਰ ਆਪਦੇ ਸ਼ਹਿਰ ਤੋਂ ਦੂਰ ਰਹਿੰਦਾ ਸੀਗਾ ਆਪਦੀ ਘਰਵਾਲੀ ਦੇ ਨਾਲ। ਫਿਰ ਜੇਬ 'ਚ ਪੈਸੇ ਨਹੀਂ ਸੀਗੇ। ਮੈਨੂੰ ਇੱਕ ਦਿਨ ਯਾਦ ਹੈ ਜਿਸ ਦਿਨ ਮੇਰੀ ਘਰਵਾਲੀ ਮੈਨੂੰ ਕਹਿ ਰਹੀ ਸੀ ਚਲੀਏ ਕੁਝ ਖਾ ਲੈਂਦੇ ਹਾਂ, ਪਰ ਮੇਰੀ ਜੇਬ ਦੇ ਵਿੱਚ 20 ਰੁਪਏ ਵੀ ਨਹੀਂ ਸੀ। ਮੈਂ ਉਹਨੂੰ ਕੀ ਜਵਾਬ ਦਿੰਦਾ, ਕਿਉਂਕਿ ਉਹ ਦਿਨ ਹੀ ਇਸ ਤਰੀਕੇ ਦੇ ਚੱਲ ਰਹੇ ਸੀ। ਪਰ ਮੈਨੂੰ ਫਿਰ ਇੱਕ ਵਾਰੀ ਯਾਦ ਆਇਆ ਕਿ ਜ਼ਿੰਦਗੀ ਬੜੀ ਹਸੀਨ ਹੈ, ਪ੍ਰੋਬਲਮਸ ਜ਼ਿੰਦਗੀ ਦਾ ਹਿੱਸਾ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਆਸਟ੍ਰੇਲੀਆ ਜਾ ਰਿਹਾ ਸੀਗਾ, ਮੈਂ ਸੋਚ ਰਿਹਾ ਸੀ, ਮੈਂ ਡਰ ਰਿਹਾ ਸੀ, ਮੈਂ ਘਬਰਾ ਰਿਹਾ ਸੀ ਕਿ ਏਅਰਪੋਰਟ 'ਤੇ ਮੈਨੂੰ ਕੋਈ ਲੈਣ ਆਊਗਾ। ਜੇ ਏਅਰਪੋਰਟ 'ਤੇ ਮੈਨੂੰ ਕੋਈ ਲੈਣ ਨਾ ਆਇਆ ਮੈਂ ਕਿਵੇਂ ਕਰੂੰਗਾ। ਜਿਹਨੇ ਮੈਨੂੰ ਲੈਣ ਆਉਣਾ ਸੀ ਉਹਦਾ ਨਾਮ ਹੈ ਗਿੱਧਾ, ਸਾਡੇ ਪਿੰਡ ਦਾ ਹੀ ਹੈ। ਮੈਨੂੰ ਯਾਦ ਆਇਆ, ਮੈਂ ਕਿਹਾ ਵੀ ਯਾਰ ਉਹ ਗਿੱਧਾ ਬੜਾ ਕਮਜ਼ੋਰ ਸੀ, ਉਹਨੂੰ ਵੀ ਤਾਂ ਕੋਈ ਲੈਣ ਨਹੀਂ ਆਇਆ ਸੀ, ਉਹਨੇ ਵੀ ਤਾਂ ਕਰ ਲਿਆ। ਜਦੋਂ ਆਸਟ੍ਰੇਲੀਆ ਰਹਿੰਦੇ ਸੀ ਪਹਿਲੇ ਦਿਨ ਜਦੋਂ ਮੈਂ ਸ਼ਹਿਰ ਗਿਆ, ਸਟੇਸ਼ਨਾਂ ਦੇ ਨਾਮ ਸੀ ਬੜੇ ਖਤਰਨਾਕ, ਕੂਪਰਸ ਪਲੇਨ, ਸੈਲਸਬਰੀ, ਰੋਕਲੀ, ਪਾਰਕਸਲੈਂਡ, ਯੋਰੋਂਗਪਿਲੀ, ਇੱਦਾਂ ਦੇ ਨਾਮ। ਮੈਂ ਸੋਚਿਆ ਯਾਰ ਸਤੀਸ਼ ਤੈਨੂੰ ਕਦੋਂ ਯਾਦ ਹੋਣਗੇ, ਪਰ ਫਿਰ ਦਿਮਾਗ ਨੇ ਦੱਸਿਆ ਯਾਰ ਗਿੱਧੇ ਨੂੰ ਵੀ ਤਾਂ ਯਾਦ ਹੋ ਗਏ। ਫਿਰ ਵਾਰੀ ਆਈ ਟਰਾਲੇ ਦਾ ਲਾਇਸੈਂਸ ਲੈਣ ਦੀ।
ਮੈਂ ਸੋਚਿਆ ਸਤੀਸ਼ ਓਏ ਤੂੰ ਲਾਇਸੈਂਸ ਲੈ ਲੇਗਾ। ਫਿਰ ਮੈਨੂੰ ਯਾਦ ਆਇਆ ਗਿੱਧੇ ਨੇ ਵੀ ਤਾਂ ਲੈ ਲਿਆ ਸੀ। ਤੁਹਾਡੀ ਜ਼ਿੰਦਗੀ ਦੇ ਵਿੱਚ ਹਰੇਕ ਦੇ ਵਿੱਚ ਇੱਕ ਗਿੱਧਾ ਹੈਗਾ। ਜੇ ਉਹ ਕਰ ਗਿਆ ਤਾਂ ਤੁਸੀਂ ਕਿਉਂ ਨਹੀਂ, ਜੇ ਸਤੀਸ਼ ਕਰ ਗਿਆ ਤਾਂ ਤੁਸੀਂ ਕਿਉਂ ਨਹੀਂ। ਵਾਪਸ ਆਉਣਾ ਜਦੋਂ ਆਸਟ੍ਰੇਲੀਆ ਤੋਂ, ਮੈਂ ਜਿਹੜਾ ਦੱਸ ਰਿਹਾ ਦੂਜੀ ਪਾਰੀ ਜਦੋਂ ਜ਼ਿੰਦਗੀ ਦੀ ਸ਼ੁਰੂ ਹੋਈ, ਫਿਰ ਇੱਕ ਵਾਰੀ ਫਿਰ ਮਾੜੇ ਦਿਨ ਵੇਖੇ। ਜੇਬ 'ਚ 20 ਰੁਪਏ ਵੀ ਨਹੀਂ ਹੋਇਆ ਕਰਦੇ ਸੀਗੇ। ਮੈਂ ਆਪਦੇ ਆਪ ਨੂੰ ਯਾਦ ਕਰਵਾਇਆ, ਉਹ ਸਤੀਸ਼ ਇੱਕ ਵਾਰੀ ਫਿਰ ਜ਼ਿੰਦਗੀ ਦਾ ਗੇਅਰ ਪਾ, ਗੱਡੀ ਚਾਲੂ ਕਰ। ਗੱਡੀ ਚਾਲੂ ਕੀਤੀ। ਮੈਂ ਰੈਡੀਮੇਡ ਦੀ ਦੁਕਾਨ ਤੋਂ ਪੈਸੇ ਕਮਾਏ। ਉਸ ਤੋਂ ਬਾਅਦ ਫਿਰ ਮੈਂ ਰੈਸਟੋਰੈਂਟ ਕੀਤਾ, ਰੈਸਟੋਰੈਂਟ ਤੋਂ ਕਮਾਏ। ਫਿਰ ਕੁਝ ਧੋਖੇ ਹੋ ਗਏ, ਕੁਝ ਦੋਸਤ, ਕੁਝ ਯਾਰ ਜਿਨ੍ਹਾਂ ਤੇ ਯਕੀਨ ਕੀਤਾ, ਪੈਸੇ ਖਾ ਗਏ। ਦਿੱਤੇ ਜ਼ਰੂਰਤ ਵਾਸਤੇ ਸੀਗੇ ਪਰ ਚਲੇ ਗਏ। ਮੈਨੂੰ ਯਾਦ ਹੈ ਮੈਂ ਆਪਦੇ ਭਰਾ ਦੀ ਦੁਕਾਨ ਤੇ, ਟੈਂਟ ਵਾਲੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀ। ਮੇਰੇ ਪਿੰਡ ਦੇ ਆ ਕੇ ਮੈਨੂੰ ਟੀਚਰਾਂ ਕਰਦੇ ਹੁੰਦੇ ਸੀ, ਕੀ ਗੱਲ ਹੋ ਗਈ ਮਾਸਟਰਾ, ਝੂਠੇ ਭਾਂਡੇ ਚੱਕਦਾ, ਕੀ ਗੱਲ ਹੋ ਗਈ, ਤੂੰ ਤਾਂ ਕਰੋੜਪਤੀ ਸੀਗਾ। ਪਰ ਮੈਨੂੰ ਕਦੇ ਕੋਈ ਅਫਸੋਸ ਨਹੀਂ ਸੀ। ਜ਼ਿੰਦਗੀ ਬੜੀ ਹਸੀਨ ਹੈ, ਬੜੀ ਵਧੀਆ ਹੈ, ਕਦੇ ਵੀ ਮੈਨੂੰ ਕੋਈ ਇੱਦਾਂ ਦੀ ਸਮੱਸਿਆ ਨਹੀਂ ਲੱਗੀ। ਫਿਰ ਸ਼ੁਰੂ ਹੁੰਦੀ ਹੈ ਜ਼ਿੰਦਗੀ ਦੀ ਤੀਜੀ ਪਾਰੀ। ਜੀ ਹਾਂ, ਜਿਹੜੀ ਪਾਰੀ ਦੇ ਵਿੱਚ ਮੈਂ ਇਸ ਟਾਈਮ ਜੀ ਰਿਹਾ ਹਾਂ। ਮੈਂ ਸ਼ੁਰੂ ਕਰਦਾ ਆਇਲਸ ਦਾ ਇੰਸਟੀਟਿਊਟ। ਫਿਰ ਪਾਰਟਨਰਸ਼ਿਪ ਦੇ ਵਿੱਚ ਮੈਨੂੰ ਯਾਦ ਹੈ ਜਿਹਦੇ ਨਾਲ ਮੈਂ ਪਾਰਟਨਰਸ਼ਿਪ ਕਰ ਰਿਹਾ ਸੀ, ਉਹੀ ਉਹ ਪੁਰਾਣਾ ਇੰਸਟੀਟਿਊਟ ਸੀਗਾ। ਉਹਨੇ ਬੜੀ ਇਮਾਨਦਾਰੀ ਨਾਲ ਦੱਸਿਆ ਕਿ ਸਿਰਫ 38,000 ਰੁਪਏ ਦੇ ਵਿੱਚ, 2016 ਦੀ ਗੱਲ ਹੈ, ਸਿਰਫ 38,000 ਰੁਪਏ ਦੇ ਵਿੱਚ ਉਹਨੇ ਸੈਟਅਪ ਖਰੀਦਿਆ। ਸੈਟਅਪ ਦੇ ਵਿੱਚ ਕੀ ਸੀਗਾ, ਇੱਕ ਕੰਪਿਊਟਰ, ਕੋਈ 30-35 ਕੁਰਸੀਆਂ, ਇੱਕ AC, ਕਿਰਾਏ ਦੀ ਜਗ੍ਹਾ ਸੀਗੀ। ਉਹਨੂੰ ਵੀ ਐਂ ਸੀ ਘਾਟੇ ਚੱਲੀ ਜਾਂਦਾ, ਪਾਰਟਨਰਸ਼ਿਪ ਕਰ ਲੈਂਦੇ ਕੀ ਲੱਗੂਗਾ। 19,000 ਰੁਪਏ ਮੈਂ ਦੇਣੇ ਸੀ ਪਰ ਮੇਰੀ ਜੇਬ 'ਚ ਨਹੀਂ ਸੀਗੇ। ਮੈਂ ਉਹਨੂੰ ਕਿਹਾ 12,000 ਰੁਪਏ ਦੀ ਐਡਵਰਟੀਜ਼ਮੈਂਟ ਵੀ ਕਰਦੇ, ਮੇਰੇ ਹਿੱਸੇ 35,000 ਰੁਪਏ ਆ ਜਾਣਗੇ। ਮੈਂ ਪਹਿਲੇ ਦਿਨ ਪੜ੍ਹਾਉਣ ਗਿਆ, 7 ਜਵਾਕ ਸੀ, 7 ਦੇ 7 ਮੁੰਡੇ, 8ਵਾਂ ਮੁੰਡਾ ਮੈਂ, 9ਵਾਂ ਮੁੰਡਾ ਮੇਰਾ ਪਾਰਟਨਰ। ਜਾ ਕੇ ਆਪਦਾ ਬੈਸਟ ਦਿੱਤਾ। ਅਗਲੇ ਦਿਨ 14 ਮੁੰਡੇ ਆਏ, ਕਿਉਂਕਿ ਉਹ 7 ਨੇ ਹੋਰ 7 ਨੂੰ ਜਾ ਕੇ ਦੱਸਿਆ, ਉਹ ਯਾਰ ਇੱਕ ਆਸਟ੍ਰੇਲੀਆ ਤੋਂ ਮਾਸਟਰ ਆਇਆ, ਬੜਾ ਘੈਂਟ ਹੈ। ਅਗਲੇ ਦਿਨ 28 ਮੁੰਡੇ। ਹੁਣ ਮੈਨੂੰ ਚਿੰਤਾ ਇਹ ਹੋ ਗਈ ਵੀ ਕਿਤੇ ਸਾਡਾ ਇੰਸਟੀਟਿਊਟ ਛੜਿਆਂ ਵਾਲਾ ਨਾ ਵੱਜਣ ਲੱਗ ਜੇ। ਮੈਂ ਪੀਜੀਆਂ ਵਿੱਚ ਜਾ ਕੇ, ਗਰਲਸ ਪੀਜੀਆਂ ਵਿੱਚ ਜਾ ਕੇ ਪ੍ਰਮੋਸ਼ਨ ਕੀਤਾ। ਉਹ ਰੱਬ ਦੀ ਮਿਹਰ ਰਹੀ। ਅਗਲੇ ਦਿਨ ਮੈਂ ਵੇਖ ਰਿਹਾ 28 ਤੋਂ 56 ਮੁੰਡੇ ਹੋਏ ਵੇ ਹੈ ਤੇ ਨੰਬਰ ਆਫ ਕੁੜੀਆਂ ਆ ਰਹੀਆਂ ਤੇ ਸਾਡੇ ਕੋਲ ਬਿਠਾਉਣ ਦੀ ਜਗ੍ਹਾ ਨਹੀਂ। ਮੈਂ ਇੱਕ ਕਲਾਸ ਦੇ ਵਿੱਚ ਅੱਧੇ ਮੁੰਡੇ ਅੱਧੇ ਕੁੜੀਆਂ ਬਿਠਾ ਕੇ ਪੜ੍ਹਾਏ। ਬਾਕੀਆਂ ਨੂੰ ਬੇਨਤੀ ਕੀਤੀ, ਮੈਂ ਕਿ ਅਗਲੇ ਸੈਸ਼ਨ ਦੇ ਵਿੱਚ ਆ ਜਾਓ। ਦੂਜਾ ਬੈਚ ਵੀ ਚਾਲੂ ਹੋ ਗਿਆ। ਤੁਹਾਨੂੰ ਯਕੀਨ ਨਹੀਂ ਹੋਊਗਾ, ਪਹਿਲੇ ਮਹੀਨੇ ਜਦੋਂ ਹਿਸਾਬ ਕੀਤਾ ਮੇਰੇ 35,000 ਰੁਪਏ ਕੱਟਣ ਤੋਂ ਬਾਅਦ ਵੀ ਮੇਰੀ ਜੇਬ ਦੇ ਵਿੱਚ 40,000 ਰੁਪਏ ਆ ਰਿਹਾ। ਅੱਜ ਕਿਹੜੇ ਮੁਕਾਮ ਤੇ ਆ? ਅੱਜ ਅਸੀਂ 3 ਸਟੇਟਾਂ ਦੇ ਵਿੱਚ ਆ, ਹਰਿਆਣਾ, ਪੰਜਾਬ, ਰਾਜਸਥਾਨ। ਮੈਨੂੰ ਯਾਦ ਵੀ ਨਹੀਂ ਕਿ ਜ਼ਰੂਰਤਮੰਦ ਕਦੋਂ ਸੀ ਮੈਂ। ਹਮੇਸ਼ਾ ਜ਼ਿੰਦਗੀ ਬੜੀ ਖੁਸ਼ੀ ਵਾਲੀ ਰਹੀ। ਬਾਕੀ ਪ੍ਰੋਬਲਮਸ, ਸਮੱਸਿਆਵਾਂ ਕਿਹਦੀ ਜ਼ਿੰਦਗੀ 'ਚ ਨਹੀਂ ਆਉਂਦੀਆਂ? ਕੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ 'ਚ ਨਹੀਂ ਸੀਗੀਆਂ? ਕੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ 'ਚ ਨਹੀਂ ਆਈਆਂ? ਕੀ ਆਪਣੇ CM ਭਗਵੰਤ ਮਾਨ ਦੀ ਜ਼ਿੰਦਗੀ 'ਚ ਕਦੇ ਕੋਈ ਸਮੱਸਿਆ ਨਹੀਂ ਆਈ? ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਆਉਂਦੀਆਂ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਆਪਾਂ ਰੋਣ ਲੱਗ ਜਾਈਏ। ਮੇਰੇ ਬਹੁਤ ਸਾਰੇ ਬੱਚੇ ਕਈ ਵਾਰੀ ਜੇ ਉਹਨਾਂ ਦੇ ਬੈਂਡ ਨਹੀਂ ਆਉਂਦੇ ਹੈ ਤਾਂ ਉਹ ਆ ਕੇ ਕਹਿੰਦੇ ਸਰ ਬਹੁਤ ਮਿਹਨਤ ਕੀਤੀ ਸੀ, ਸਰ ਪੈਸੇ ਵੀ ਲੱਗੇ, ਬਟ ਕੀ ਕਰੀਏ ਬੈਂਡ ਨਹੀਂ ਆਏ। ਜੇ ਉਹ ਹਾਰਦੇ ਤਾਂ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਪੁੱਛਦਾ ਹਾਂ, ਕੀ ਤੁਸੀਂ ਕਿਸਾਨੀ ਕਰਦੇ ਹੋ? ਕੀ ਜ਼ਮੀਨ ਵਾਹੁੰਦੇ ਹੋ? ਕੀ ਰੇਹ ਪਾਉਂਦੇ ਹੋ? ਕੀ ਖਾਦ ਪਾਉਂਦੇ ਹੋ? ਕੀ ਸਪਰੇਅ ਪਾਉਂਦੇ ਹੋ? ਜੇ ਫਸਲ ਨਾ ਹੋਈ ਤਾਂ ਕੀ ਅਗਲੀ ਵਾਰ ਤੋਂ ਫਸਲ ਬੀਜਣਾ ਛੱਡ ਦਿੰਦੇ ਹੋ? ਬਿਲਕੁਲ ਵੀ ਨਹੀਂ। ਇਹ ਜ਼ਿੰਦਗੀ ਦੇ ਹਿੱਸੇ ਹੈ। ਕਿ ਯੁਵਰਾਜ ਸਿੰਘ ਕਦੇ ਫੇਲ ਨਹੀਂ ਹੋਇਆ? ਕੀ ਸਚਿਨ ਤੇਂਦੁਲਕਰ ਕਦੇ ਫੇਲ ਨਹੀਂ ਹੋਇਆ? ਕੀ ਜੋਸ਼ ਟੋਕ ਚੈਨਲ ਕਦੇ ਡਾਊਨ ਨਹੀਂ ਗਿਆ? ਹਰੇਕ ਚੀਜ਼ ਡਾਊਨ ਵੀ ਜਾਏਗੀ, ਅਪ ਵੀ ਜਾਏਗੀ। ਮੈਨੂੰ ਪਤਾ ਹੈ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਜੇ ਮੈਂ ਇੱਕ ਵਾਰੀ ਫੇਰ ਜ਼ੀਰੋ ਹੋਵਾਂ, ਕਿਉਂਕਿ ਫਿਲਮ 'ਚ ਸਵਾਦ ਉਦੋਂ ਹੀ ਆਉਣਾ ਹੈ ਜਦੋਂ ਸੰਨੀ ਦਿਓਲ ਨੂੰ ਗੁੰਡਿਆਂ ਨੇ ਫੜ ਲੈਣਾ ਹੈ ਤੇ ਸੰਨੀ ਦਿਓਲ ਨੇ ਐਂ ਕਰਕੇ ਚਲਾ ਕੇ ਮਾਰਨੇ ਹੈ। ਮੈਨੂੰ ਉਹ ਮੌਕਾ ਇੱਕ ਵਾਰੀ ਫੇਰ ਮਿਲਣਾ ਚਾਹੀਦਾ ਹੈ। ਕੋਈ ਫਰਕ ਨਹੀਂ ਪੈਂਦਾ, ਜ਼ਿੰਦਗੀ ਹੈ, ਟੈਂਪਰੇਰੀ ਹੈ, ਚਲਦੀ ਰਹੂਗੀ। ਉਹ ਕਿਸੇ ਨੇ ਬਹੁਤ ਵਧੀਆ ਗੱਲ ਕਹੀ ਹੈ कि जिंदगी तो अपने दम पर जी जाती है, दूसरों के कंधों पर तो जनाजे उठते हैं। धन्यवाद। जेकर तुसी इस वीडियो के अखीर तक आए हो तो तुहानू भी जरूर मेरी तरह इंस्पिरेशन मिली होएगी। असी सारे अपनी जिंदगी में मुश्किलों का सामना करते हैं क्योंकि सानू इंग्लिश बोलनी नहीं आती। जितना कि अपनी सुपनिया की नौकरी ना मिलना, या बाहर जाने की अपॉर्चुनिटी गवा लेना, या फिर सिर्फ दोस्त ही ना बना पाना। प्रॉब्लम्स की एक वजह है लैक ऑफ प्रैक्टिस, क्योंकि माहौल नहीं है। घबराओ ना, साडे कोल इहदा एक सोल्यूशन है, जोश स्किल्स स्पोकन इंग्लिश। पर जोश स्किल्स की है तो यह किवें काम करता है,
ਆਓ ਵੇਖੀਏ। ਇਹਦੇ ਅੰਦਰ ਸਾਨੂੰ ਮਿਲਦੇ ਨੇ 4 ਸੈਕਸ਼ਨਸ: ਗ੍ਰਾਮਰ, ਵੋਕੈਬੂਲਰੀ, ਸਪੀਕਿੰਗ ਅਤੇ ਰੀਡਿੰਗ ਕਲਾਸਿਸ। ਫਿਰ ਆਉਂਦਾ ਹੈ ਸਾਡਾ ਫੇਵਰਿਟ ਪਾਰਟ ਇਸ ਕੋਰਸ ਦਾ, ਪ੍ਰੈਕਟਿਸ ਵਿਦ ਪਾਰਟਨਰ। ਅਸੀਂ ਸਾਰੇ ਇੱਕ ਅਜਿਹੀ ਥਾਂ ਲੱਭਦੇ ਹਾਂ ਜਿੱਥੇ ਅਸੀਂ ਸਿੱਖ ਸਕੀਏ ਅਤੇ ਕੋਈ ਸਾਨੂੰ ਜੱਜ ਨਾ ਕਰੇ। ਇੱਥੇ ਤੁਸੀਂ ਬੋਲ ਅਤੇ ਪ੍ਰੈਕਟਿਸ ਕਰ ਸਕਦੇ ਹੋ ਹਜ਼ਾਰਾਂ ਸਟੂਡੈਂਟਸ ਨਾਲ ਜੋ ਤੁਹਾਡੀ ਤਰ੍ਹਾਂ ਇੰਗਲਿਸ਼ ਸਿੱਖਣਾ ਚਾਹੁੰਦੇ ਨੇ। ਆਪਣਾ ਫ੍ਰੀ ਟ੍ਰਾਇਲ ਲਵੋ ਤੇ ਅੱਜ ਤੋਂ ਹੀ ਸਿੱਖਣ ਦਾ ਸਫ਼ਰ ਸ਼ੁਰੂ ਕਰੋ। ਜੋਸ਼ ਟਾਕਸ ਹੁਣ Spotify ਐਕਸਕਲੂਸਿਵ ਪੋਡਕਾਸਟ ਹੈ, ਜਿਹਦੇ ਨਾਲ ਜੋਸ਼ ਟਾਕਸ ਦੀਆਂ ਸਾਰੀਆਂ ਕਹਾਣੀਆਂ ਆਡੀਓ ਫਾਰਮੈਟ 'ਚ ਵੀ ਉਪਲਬਧ ਹੋਣਗੀਆਂ ਸਿਰਫ ਤੇ ਸਿਰਫ Spotify ਤੇ ਹਾਂ, ਜੇ ਇਹ ਵੀਡੀਓ ਚੰਗੀ ਲੱਗੀ ਤਾਂ ਜੋਸ਼ ਟਾਕਸ ਪੋਡਕਾਸਟ ਨੂੰ ਤੁਸੀਂ Spotify ਤੇ ਫੋਲੋ ਕਰ ਸਕਦੇ ਹੋ ਐਂਡ ਸੁਣ ਸਕਦੇ ਹੋ ਇਹ ਜਿਹੀਆਂ ਹੋਰ ਬਹੁਤ ਸਾਰੀਆਂ ਇੰਸਪਾਇਰਿੰਗ ਕਹਾਣੀਆਂ ਸਿਰਫ Spotify ਤੇ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।